ਮੇਰਾ ਨਾਮ ਅਰਚਨਾ ਹੈ। ਮੈਂ ਖੂਬਸੂਰਤ ਵੀ ਹਾਂ, ਪਰ ਮੇਰੀਆਂ ਇਹਨਾਂ ਸਾਰੀਆਂ ਖੂਬੀਆਂ 'ਤੇ ਮੇਰੀ ਭੈਣ ਪੂਨਮ ਨੇ ਗ੍ਰਹਿਣ ਲਗਾ ਦਿੱਤਾ। ਮੈਂ ਬਹੁਤ ਪਿਆਰੀ ਸੀ, ਜਦ ਕਿ ਉਹ ਸਭ ਤੋਂ ਹੁਸੈਨ ਸੀ। ਅਕਸਰ ਲੋਕ ਕਹਿੰਦੇ ਕਿ ਜੇ ਪੂਨਮ ਨਾ ਹੁੰਦੀ ਤਾਂ ਅਰਚਨਾ ਦੇ ਹੁਸਨ ਦਾ ਕੋਈ ਮੁਕਾਬਲਾ ਨਹੀਂ ਸੀ। ਲੋਕਾਂ ਦੀ ਇਹ ਗੱਲ ਮੇਰੇ ਦਿਮਾਗ ਵਿੱਚ ਅਟਕ ਕੇ ਰਹਿ ਗਈ ਸੀ। ਮੈਂ ਸੋਚਦੀ ਕਿ ਕਾਸ਼ ਪੂਨਮ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਮੈਂ ਸਕੂਲ ਕਾਲਜ ਵਿੱਚ ਹਮੇਸ਼ਾ ਚੰਗੇ ਨੰਬਰਾਂ 'ਤੇ ਪਾਸ ਹੁੰਦੀ। ਮੇਰੇ ਮਾਤਾ ਪਿਤਾ ਮੇਰੇ 'ਤੇ ਗਰਵ ਮਹਿਸੂਸ ਕਰਦੇ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ ਹੋ ਕੇ ਮੇਰੇ ਨੰਬਰਾਂ ਬਾਰੇ ਦੱਸਦੇ ਕਿ ਸਾਡੀ ਬੇਟੀ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਆ। ਪਰ ਪੂਨਮ ਵੀ ਹੁਣ ਪੋਜੀਸ਼ਨ ਲੈਣ ਲੱਗੀ ਸੀ, ਕਲਾਸ ਵਿੱਚ ਫਸਟ ਆਉਣ ਲੱਗੀ ਸੀ। ਇੱਥੇ ਵੀ ਉਸ ਨੇ ਮੈਨੂੰ ਮਾਤ ਦੇ ਦਿੱਤੀ। ਹੁਣ ਮੇਰਾ ਜ਼ਿਕਰ ਬਹੁਤ ਪਿੱਛੇ ਚਲਾ ਗਿਆ ਸੀ। ਬਸ ਹਰ ਜਗ੍ਹਾ ਉਸ ਦਾ ਨਾਮ ਲਿਆ ਜਾਂਦਾ। ਮੈਂ ਅਕਸਰ ਸੋਚਦੀ ਕਿ ਕਾਸ਼ ਪੂਨਮ ਕਿਤੇ ਦੂਰ ਚਲੀ ਜਾਵੇ, ਇੱਥੇ ਉਸ ਦੇ ਨਾਲ ਮੇਰਾ ਕਦੇ ਸਾਹਮਣਾ ਨਾ ਹੋਵੇ। ਹੌਲੀ ਹੌਲੀ ਮਨ ਵਿੱਚ ਉਸ ਦੇ ਲਈ ਇਸ ਕਦਰ ਨਫ਼ਰਤ ਅਤੇ ਗੁੱਸਾ ਭਰ ਗਿਆ ਕਿ ਮੈਂ ਉਸ ਦੇ ਮਰਨ ਦੀਆਂ ਦੁਆਵਾਂ ਮੰਗਣ ਲੱਗ ਪਈ। ਮੈਂ ਆਪਣੇ ਵੱਡੇ ਹੋਣ ਦਾ ਫਾਇਦਾ ਉਠਾ ਕੇ ਗੱਲ ਗੱਲ 'ਤੇ ਉਸ ਨੂੰ ਡਾਂਟਿਆ ਕਰਦੀ, ਪਰ ਪਤਾ ਨਹੀਂ ਕਿ ਉਹ ਕਿਸ ਮਿੱਟੀ ਦੀ ਬਣੀ ਹੋਈ ਸੀ ਅਤੇ ਮੇਰੇ 'ਤੇ ਜਾਨ ਛਿੜਕਦੀ ਸੀ ਅਤੇ ਮੇਰਾ ਬਹੁਤ ਸਨਮਾਨ ਕਰਦੀ। ਹਰ ਵਕਤ ਦੀਦੀ ਦੀਦੀ ਕਹਿੰਦੀ, ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ। ਮੇਰੇ ਲਈ ਰਿਸ਼ਤੇ ਆਉਣ ਲੱਗੇ ਅਤੇ ਹੁਣ ਮੈਂ ਖੁਸ਼ ਸੀ। ਚਲੋ ਚੰਗਾ, ਪੂਨਮ ਤੋਂ ਜਾਨ ਛੁੱਟ ਜਾਵੇਗੀ। ਮੇਰੇ ਸਹੁਰੇ ਘਰ ਵਿੱਚ ਕੋਈ ਮੈਨੂੰ ਪੂਨਮ ਦੀ ਮਿਸਾਲ ਨਹੀਂ ਦੇਵੇਗਾ, ਪਰ ਇੱਥੇ ਵੀ ਪੂਨਮ ਮੇਰੇ ਤੋਂ ਜਿੱਤ ਗਈ। ਮੇਰੇ ਲਈ ਜੋ ਵੀ ਰਿਸ਼ਤਾ ਆਉਂਦਾ, ਉਹ ਮੈਨੂੰ ਨਾਪਸੰਦ ਕਰਕੇ ਮੇਰੀ ਛੋਟੀ ਭੈਣ ਨੂੰ ਪਸੰਦ ਕਰ ਜਾਂਦੇ। ਬਹੁਤ ਵਾਰ ਅਜਿਹਾ ਹੋਇਆ ਸੀ। ਹੁਣ ਮੇਰੀ ਭੂਆ ਨੇ ਕਿਹਾ ਕਿ ਪਹਿਲਾਂ ਪੂਨਮ ਦਾ ਵਿਆਹ ਹੀ ਕਰ ਦਿਓ, ਉਸ ਤੋਂ ਬਾਅਦ ਅਰਚਨਾ ਦਾ ਵਿਆਹ ਕਰ ਦੇਣਾ। ਪਹਿਲਾਂ ਤਾਂ ਮੇਰੇ ਪਾਪਾ ਮੰਨੇ ਨਹੀਂ, ਪਰ ਜਦੋਂ ਮੰਮੀ ਨੇ ਸਮਝਾਇਆ ਤਾਂ ਪਾਪਾ ਰਾਜੀ ਹੋ ਗਏ। ਪਰ ਮੈਂ ਇਹ ਸਭ ਨਹੀਂ ਚਾਹੁੰਦੀ ਸੀ। ਮੈਂ ਇਸ ਮੈਦਾਨ ਵਿੱਚ ਵੀ ਪੂਨਮ ਨੂੰ ਬਾਜੀ ਮਾਰਨ ਨਹੀਂ ਦੇ ਸਕਦੀ ਸੀ। ਉਹ ਸਿਰਫ 20 ਸਾਲ ਦੀ ਸੀ ਅਤੇ ਮੇਰੇ ਤੋਂ 8 ਸਾਲ ਛੋਟੀ। ਐਵੇਂ ਕਿਵੇਂ ਉਹ ਘਰ ਵਸਾ ਲੈਂਦੀ। ਪਰ ਇਸ ਮਾਮਲੇ ਵਿੱਚ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਕਿਸੇ ਨੇ ਮੇਰੇ ਨਾਲ ਸਲਾਹ ਕਰਨਾ ਵੀ ਠੀਕ ਨਾ ਸਮਝਿਆ ਅਤੇ ਫਿਰ ਇੱਕ ਬਹੁਤ ਹੀ ਚੰਗਾ ਰਿਸ਼ਤਾ ਆਇਆ। ਰਿਸ਼ਤਾ ਤਾਂ ਮੇਰੇ ਲਈ ਆਇਆ ਸੀ, ਪਰ ਉਹ ਲੋਕ ਪੂਨਮ ਨੂੰ ਪਸੰਦ ਕਰ ਗਏ ਅਤੇ ਫਿਰ ਪੂਨਮ ਲਈ ਹੀ ਉਹ ਰਿਸ਼ਤਾ ਪੱਕਾ ਹੋ ਗਿਆ। ਵਿਆਹ ਦੀ ਤਾਰੀਖ ਵੀ ਤੈਅ ਹੋ ਗਈ। ਸਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ, ਜਦ ਕਿ ਮੈਂ ਅੰਦਰ ਹੀ ਅੰਦਰ ਸੜ ਰਹੀ ਸੀ। ਦਿਨ ਹੌਲੀ ਹੌਲੀ ਐਵੇਂ ਗੁਜ਼ਰਨ ਲੱਗੇ ਅਤੇ ਪੂਨਮ ਦੀ ਬਰਾਤ ਵੀ ਆ ਗਈ। ਉਹ ਦੁਲਹਨ ਬਣ ਕੇ ਬਿਲਕੁਲ ਜੰਨਤ ਦੀ ਪਰੀ ਵਾਂਗ ਲੱਗ ਰਹੀ ਸੀ। ਉਸ ਉੱਪਰ ਰੂਪ ਇੰਨਾ ਚੜ੍ਹਿਆ ਸੀ ਕਿ ਜਿਵੇਂ ਕੋਈ 14ਵੀਂ ਦਾ ਚੰਦ ਹੋਵੇ। ਮੈਂ ਤਾਂ ਉਸ ਨੂੰ ਦੇਖਦੀ ਹੀ ਰਹਿ ਗਈ। ਪੂਨਮ ਬੋਲੀ, ਦੀਦੀ ਮੈਂ ਵਧੀਆ ਤਾਂ ਲੱਗ ਰਹੀ ਹਾਂ ਨਾ? ਮੈਂ ਉਸ ਨੂੰ ਗਲੇ ਲਗਾ ਲਿਆ ਅਤੇ ਕਿਹਾ, ਇਸ ਦੁਨੀਆ ਦੀ ਸਭ ਤੋਂ ਸੁੰਦਰ ਦੁਲਹਨ ਹੈ, ਪਰ ਮੇਰਾ ਦਿਲ ਤੇਰੇ ਲਈ ਬਹੁਤ ਹੀ ਦੁਖੀ ਆ। ਮੰਮੀ ਪਾਪਾ ਨੂੰ ਤੇਰੇ ਨਾਲ ਇੰਨਾ ਗਲਤ ਨਹੀਂ ਸੀ ਕਰਨਾ ਚਾਹੀਦਾ। ਤੂੰ ਜਾਣਦੀ ਹੈ, ਛੋਟੀ ਉਮਰ ਦੀ ਦੁਲਹਨ ਉੱਤੇ ਪਤੀ ਬਹੁਤ ਜ਼ੁਲਮ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਛੋਟੀ ਉਮਰ ਦੀ ਦੁਲਹਨ ਨੂੰ ਕੁੱਟ ਮਾਰ ਕਰਕੇ ਉਸ ਨੂੰ ਆਪਣੇ ਵੱਸ ਵਿੱਚ ਕਰ ਲਵਾਂਗੇ। ਇਸ ਤਰ੍ਹਾਂ ਕੁੜੀ ਸਾਰੀ ਉਮਰ ਸਹੁਰੇ ਵਾਲਿਆਂ ਦੀ ਗੁਲਾਮ ਬਣ ਕੇ ਰਹਿ ਜਾਂਦੀ ਆ। ਵਿਆਹ ਦੀ ਸਹੀ ਉਮਰ ਤਾਂ 25-26 ਸਾਲ ਤੋਂ ਸ਼ੁਰੂ ਹੁੰਦੀ ਆ। ਮੇਰੀਆਂ ਗੱਲਾਂ ਸੁਣ ਕੇ ਪੂਨਮ ਡਰ ਗਈ। ਡਰ ਦੇ ਮਾਰੇ ਉਸ ਦਾ ਚਿਹਰਾ ਸਫੇਦ ਹੋ ਗਿਆ। ਉਹ ਹੈ ਵੀ ਤਾਂ ਬਹੁਤ ਕਮਜ਼ੋਰ ਦਿਲ ਦੀ। ਉਹ ਥੋੜ੍ਹਾ ਟਾਈਮ ਸੋਚ ਕੇ ਬੋਲੀ, ਦੀਦੀ ਜੇਕਰ ਤੁਹਾਡਾ ਵਿਆਹ ਹੋ ਜਾਵੇਗਾ, ਕੀ ਪਤੀ ਤੁਹਾਨੂੰ ਵੀ ਮਾਰੇਗਾ? ਮੈਂ ਤੀਰ ਨਿਸ਼ਾਨੇ 'ਤੇ ਲੱਗਦਾ ਦੇਖਿਆ ਤਾਂ ਮੈਂ ਖੁਸ਼ੀ ਵਿੱਚ ਝੂਮ ਉੱਠੀ। ਮੈਂ ਬੋਲੀ, ਨਹੀਂ, ਅਜਿਹਾ ਨਹੀਂ ਹੁੰਦਾ। ਮੈਂ ਤਾਂ 28 ਸਾਲ ਦੀ ਹਾਂ। ਦੁੱਲਾ ਤਾਂ ਮੇਰੇ ਤੋਂ ਦਬ ਕੇ ਰਹੇਗਾ। ਪੂਨਮ ਨੇ ਜਲਦੀ ਨਾਲ ਆਪਣੇ ਸਿਰ ਤੋਂ ਲਹਿੰਗਾ ਅਤੇ ਦੁਪੱਟਾ ਉਤਾਰ ਕੇ ਮੇਰੇ ਸਿਰ 'ਤੇ ਦੇ ਦਿੱਤਾ। ਬੋਲੀ, ਦੀਦੀ ਰੱਬ ਵਾਸਤੇ ਤੁਸੀਂ ਮੇਰੀ ਜਗ੍ਹਾ ਵਿਆਹ ਕਰ ਲਵੋ। ਮੈਂ ਮਾਰ ਕੁੱਟ ਸਹਿ ਨਹੀਂ ਸਕਦੀ। ਮੈਂ ਤਾਂ 25 ਸਾਲ ਦੀ ਉਮਰ ਵਿੱਚ ਵਿਆਹ ਕਰੂੰਗੀ। ਮੈਂ ਬਹਾਨੇ ਬਣਾਉਣ ਲੱਗੀ ਕਿ ਲੋਕ ਕੀ ਕਹਿਣਗੇ ਅਤੇ ਫਿਰ ਮੰਮੀ ਪਾਪਾ ਨੂੰ ਪਤਾ ਲੱਗੇਗਾ ਤਾਂ ਉਹ ਕੀ ਕਹਿਣਗੇ। ਲੋਕ ਗੱਲਾਂ ਬਣਾਉਣਗੇ ਕਿ ਆਪਣੀ ਛੋਟੀ ਭੈਣ ਦਾ ਨਸੀਬ ਚੁਰਾ ਲਿਆ, ਉਹ ਵੀ ਵੱਡੀ ਭੈਣ ਨੇ। ਪੂਨਮ ਬੋਲੀ, ਦੀਦੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ, ਤੁਸੀਂ ਬਸ ਮੈਨੂੰ ਬਚਾ ਲਓ। ਮੈਂ ਤਾਂ ਤੁਹਾਡੀ ਛੋਟੀ ਭੈਣ ਆ, ਤਾਂ ਕਿ ਤੁਸੀਂ ਮੈਨੂੰ ਇਸ ਗੱਲ ਤੋਂ ਨਹੀਂ ਬਚਾਓਗੇ। ਫਿਰ ਮੈਂ ਹਾਂ ਕਰ ਦਿੱਤੀ ਅਤੇ ਫਿਰ ਪੂਨਮ ਮੈਨੂੰ ਵਿਆਹ ਵਾਲਾ ਲਹਿੰਗਾ ਦੇ ਕੇ ਖੁਦ ਬਾਥਰੂਮ ਵਿੱਚ ਲੁਕ ਗਈ ਅਤੇ ਫਿਰ ਬਰਾਤ ਆ ਗਈ ਅਤੇ ਮੇਰਾ ਵਿਆਹ ਰਾਜਵੀਰ ਨਾਲ ਹੋ ਗਿਆ। ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਰਿਹਾ। ਦਰਅਸਲ ਅਸੀਂ ਬਹੁਤ ਗਰੀਬ ਸੀ, ਪਰ ਸਾਡੀ ਇੱਜ਼ਤ ਅਤੇ ਸਨਮਾਨ ਬਹੁਤ ਸੀ ਅਤੇ ਇਸੇ ਇੱਜ਼ਤ ਸਨਮਾਨ ਦੀ ਖਾਤਰ ਸਾਡੇ ਘਰ ਰਾਜਵੀਰ ਦਾ ਰਿਸ਼ਤਾ ਆਇਆ। ਰਾਜਵੀਰ ਬਹੁਤ ਹੀ ਪੈਸੇ ਵਾਲਾ ਸੀ, ਦੇਖਣ ਵਿੱਚ ਵੀ ਬਹੁਤ ਸਮਾਰਟ ਸੀ ਅਤੇ ਮੈਂ ਤਾਂ ਜਦੋਂ ਦੀ ਰਾਜਵੀਰ ਦੀ ਫੋਟੋ ਦੇਖੀ ਸੀ ਤਾਂ ਮੈਂ ਉਸ ਦੀ ਉਸੇ ਵਕਤ ਦੀਵਾਨੀ ਹੋ ਗਈ ਸੀ।
ਮੈਂ ਤਾਂ ਉਸੇ ਸਮੇਂ ਸੋਚ ਲਿਆ ਸੀ ਕਿ ਪੂਨਮ ਤੂੰ ਮੇਰੇ ਤੋਂ ਹਮੇਸ਼ਾ ਮੇਰੀ ਪਿਆਰੀ ਚੀਜ਼ ਖੋਹ ਲੈਂਦੀ ਆ, ਪਰ ਹੁਣ ਮੈਂ ਤੈਨੂੰ ਆਪਣੀ ਮੁਹੱਬਤ ਨਹੀਂ ਖੋਣ ਦੇਵਾਂਗੀ। ਚਾਹੇ ਰਾਜਵੀਰ ਮੇਰਾ ਇੱਕ ਤਰਫਾ ਮੁਹੱਬਤ ਸੀ। ਰਾਜਵੀਰ ਆਪਣੀ ਸ਼ਾਨਦਾਰ ਹਵੇਲੀ ਤੇ ਕਰੋੜਾਂ ਦੀ ਜਾਇਦਾਦ ਦਾ ਇਕਲੌਤਾ ਮਾਲਕ ਸੀ। ਵਿਦਾਈ ਤੋਂ ਪਹਿਲਾਂ ਮੇਰੀ ਸੱਸ ਮੇਰੇ ਕੋਲ ਆ ਕੇ ਬੈਠੀ ਤੇ ਬੋਲੀ, ਬੇਟਾ ਆਪਣਾ ਹਸੀਨ ਚਿਹਰਾ ਤਾਂ ਦਿਖਾ ਦੇ। ਮੈਂ ਡਰ ਗਈ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਜਲਦੀ ਨਾਲ ਗੱਲ ਬਣਾ ਦਿੱਤੀ ਕਿ ਪਤੀ ਤੋਂ ਪਹਿਲਾਂ ਜੇ ਸੱਸ ਚਿਹਰਾ ਦੇਖ ਲਵੇ ਤਾਂ ਬੁਰਾ ਸ਼ਗਨ ਹੁੰਦਾ। ਐਵੇਂ ਸਾਡੇ ਖਾਨਦਾਨ ਵਿੱਚ ਰਿਵਾਜ਼ ਆ। ਮੇਰੀ ਸੱਸ ਵੀ ਡਰ ਗਈ। ਵਿਦਾਈ ਤੱਕ ਮੈਨੂੰ ਕਿਸੇ ਨੂੰ ਵੀ ਆਪਣਾ ਚਿਹਰਾ ਨਹੀਂ ਦਿਖਾਉਣਾ ਪਿਆ। ਮੈਂ ਸੁਹਾਗ ਦੀ ਸੇਜ ਤੇ ਬੈਠੀ ਹੋਈ ਸੀ, ਖੁਸ਼ੀ-ਖੁਸ਼ੀ ਰਾਜਵੀਰ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਵੀ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੈਨੂੰ ਟਰੋਲੀ ਖਿੱਚਣ ਦੀ ਆਵਾਜ਼ ਆਈ। ਮੈਂ ਘੁੰਡ ਕੱਢੀ ਬੈਠੀ ਸੀ। ਸੋਚਿਆ ਕੋਈ ਨੌਕਰ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਹੋਵੇਗਾ। ਮੇਰਾ ਤਾਂ ਦਿਲ ਬਾਗੋ-ਬਾਗ ਹੋ ਰਿਹਾ ਸੀ ਕਿ ਹਵੇਲੀ ਦੀ ਮਾਲਕਣ ਬਣ ਕੇ ਰਹੂੰਗੀ, ਨੌਕਰ ਮੇਰੇ ਅੱਗੇ ਪਿੱਛੇ ਫਿਰਨਗੇ। ਉਦੋਂ ਹੀ ਮੈਨੂੰ ਰਾਜਵੀਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਹੌਲੀ ਜਿਹੀ ਬੋਲਿਆ, ਪੂਨਮ ਤੁਸੀਂ ਕਿਵੇਂ ਹੋ? ਟਰਾਲੀ ਦੇ ਪਹੀਏ ਦੀ ਆਵਾਜ਼ ਮੇਰੇ ਕਰੀਬ ਹੋਈ ਤਾਂ ਮੈਂ ਸਿਰ ਝੁੱਕ ਕੇ ਸਾਹਮਣੇ ਦਾ ਨਜ਼ਾਰਾ ਦੇਖਿਆ ਤਾਂ ਮੇਰਾ ਸਿਰ ਚਕਰਾਉਣ ਲੱਗਿਆ। ਬਹੁਤ ਹੀ ਹੈਂਡਸਮ ਰਾਜਵੀਰ ਆਪਣੀ ਵੀਲਚੇਅਰ ਨੂੰ ਘਸੀਟਦਾ ਹੋਇਆ ਅੱਗੇ ਵਧਿਆ। ਮੇਰੇ ਕੰਨ ਤਾਂ ਸੈਂ-ਸੈਂ ਕਰਨ ਲੱਗ ਪਏ। ਮੈਂ ਆਪਣਾ ਘੁੰਡ ਚੁੱਕ ਦਿੱਤਾ। ਰਾਜਵੀਰ ਵੀ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ। ਉਹ ਬੋਲਿਆ, ਤੁਸੀਂ ਕੌਣ? ਪੂਨਮ ਕਿੱਥੇ ਆ? ਮੈਂ ਬੋਲੀ, ਰਾਜਵੀਰ ਤੁਸੀਂ ਅਪਾਹਜ ਹੋ? ਤੁਸੀਂ ਆਪਣੀ ਪੂਰੀ ਜ਼ਿੰਦਗੀ ਇਸ ਵੀਲਚੇਅਰ 'ਤੇ ਗੁਜ਼ਾਰੋਗੇ? ਸਾਡੇ ਦੋਨਾਂ ਦੀ ਹਾਲਤ ਦੇਖਣ ਯੋਗ ਸੀ। ਉਹ ਤਾਂ ਚੁੱਪ ਹੋ ਗਿਆ, ਪਰ ਮੈਂ ਚੀਕਾਂ ਮਾਰ-ਮਾਰ ਕੇ ਰੋਣ ਲੱਗੀ। ਰਾਜਵੀਰ ਬਹੁਤ ਖਾਮੋਸ਼ੀ ਨਾਲ ਮੈਨੂੰ ਦੇਖ ਰਿਹਾ ਸੀ। ਉਦੋਂ ਹੀ ਸਾਡੇ ਕਮਰੇ ਦੇ ਦਰਵਾਜ਼ੇ 'ਤੇ ਦਸਤਕ ਹੋਣ ਲੱਗੀ। ਮੇਰੀ ਸੱਸ ਬੋਲੀ, ਕੀ ਹੋਇਆ ਬਹੂ? ਕਿਉਂ ਰੋ ਰਹੀ ਆ? ਦਰਵਾਜ਼ਾ ਤਾਂ ਖੋਲ੍ਹੋ। ਮੈਂ ਗੁੱਸੇ ਵਿੱਚ ਉੱਠ ਕੇ ਦਰਵਾਜ਼ਾ ਖੋਲ੍ਹ ਦਿੱਤਾ। ਹੁਣ ਮੇਰੀ ਸੱਸ ਦੀ ਵੀ ਉਹੀ ਹਾਲਤ ਸੀ ਜੋ ਰਾਜਵੀਰ ਦੀ ਸੀ। ਮੇਰੀ ਸੱਸ ਬੋਲੀ, ਤੂੰ ਕੌਣ ਹੈ? ਪੂਨਮ ਕਿੱਥੇ ਆ? ਤੂੰ ਤਾਂ ਸ਼ਾਇਦ ਪੂਨਮ ਦੀ ਵੱਡੀ ਭੈਣ ਆ। ਮੈਂ ਰੋਂਦੀ ਹੋਈ ਬੋਲੀ, ਤੁਸੀਂ ਲੋਕਾਂ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕੀਤਾ? ਸਾਡੇ ਤੋਂ ਕਿਉਂ ਛੁਪਾਇਆ ਕਿ ਤੁਹਾਡਾ ਬੇਟਾ ਅਪਾਹਜ ਆ? ਮੇਰੀ ਸੱਸ ਗੁੱਸੇ ਵਿੱਚ ਅੱਗੇ ਵਧੀ ਤੇ ਮੇਰੇ ਹੱਥ ਘੁੱਟ ਕੇ ਬੋਲੀ, ਧੋਖਾ ਤਾਂ ਤੁਸੀਂ ਲੋਕਾਂ ਨੇ ਸਾਡੇ ਨਾਲ ਕੀਤਾ। ਹੀਰਾ ਦਿਖਾ ਕੇ ਕੋਲਾ ਫੜਾ ਦਿੱਤਾ। ਤੈਨੂੰ ਤਾਂ ਦੇਖ ਲਵਾਂਗੀ। ਮੇਰੀ ਸੱਸ ਮੇਰਾ ਹੱਥ ਫੜ ਕੇ ਮੈਨੂੰ ਖਿੱਚਦੀ ਹੋਈ ਬਾਹਰ ਜਾਣ ਲੱਗੀ। ਉਦੋਂ ਹੀ ਰਾਜਵੀਰ ਬੋਲਿਆ, ਮੰਮੀ ਇੱਕ ਮਿੰਟ ਰੁਕ ਜਾਓ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਸ਼ਾਦੀ ਤੋਂ ਪਹਿਲਾਂ ਲੜਕੀ ਵਾਲਿਆਂ ਨੂੰ ਮੇਰੀ ਹਕੀਕਤ ਦੱਸ ਦਿਓ, ਉਹਨਾਂ ਤੋਂ ਕੁਝ ਨਾ ਛੁਪਾਇਓ। ਕੀ ਤੁਸੀਂ ਲੜਕੀ ਵਾਲਿਆਂ ਨੂੰ ਸੱਚ ਨਹੀਂ ਦੱਸਿਆ? ਤੁਸੀਂ ਨੇ ਧੋਖੇ ਤੋਂ ਕੰਮ ਲਿਆ। ਹੁਣ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਧੋਖਾ ਹੋ ਗਿਆ। ਤਾਂ ਹੁਣ ਇੱਥੇ ਹੰਗਾਮਾ ਨਾ ਮਚਾਓ, ਇੱਥੋਂ ਜਾਓ। ਮੇਰੀ ਸੱਸ ਦਾ ਵੱਸ ਨਹੀਂ ਚੱਲ ਰਿਹਾ ਸੀ ਕਿ ਮੈਨੂੰ ਕੱਚਾ ਹੀ ਖਾ ਜਾਏ, ਪਰ ਫਿਰ ਬੇਟੇ ਦੇ ਡਰ ਕਾਰਨ ਬਾਹਰ ਨਿਕਲ ਗਈ। ਮੈਂ ਬੈੱਡ ਉੱਪਰ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗੀ। ਨਾਲ ਹੀ ਮੈਂ ਪੂਨਮ ਨੂੰ ਕੋਸ ਰਹੀ ਸੀ। ਉਸ ਦੀ ਕਿਸਮਤ ਇੰਨੀ ਚੰਗੀ ਸੀ। ਮੈਂ ਉਸ ਦੀ ਅਜ਼ਮਾਇਸ਼ ਦਾ ਹਾਰ ਆਪਣੇ ਗਲੇ ਵਿੱਚ ਪਾ ਲਿਆ। ਕਾਸ਼ ਉਸ ਦਾ ਵਿਆਹ ਰਾਜਵੀਰ ਨਾਲ ਹੋ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ। ਮੇਰਾ ਹਿਸਾਬ ਵੀ ਇੱਥੇ ਹੀ ਪੂਰਾ ਹੋ ਜਾਣਾ ਸੀ। ਪਰ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਸੀ, ਜੋ ਪਰਾਈ ਅੱਗ ਵਿੱਚ ਖੁਦ ਨੂੰ ਝੋਕ ਦਿੱਤਾ। ਮੈਂ ਰੋਂਦੀ ਹੋਈ ਕਹਿ ਰਹੀ ਸੀ ਕਿ ਪੂਨਮ ਤੇਰਾ ਬੇੜਾ ਗਰਕ ਹੋ ਜਾਵੇ। ਤੂੰ ਮੈਨੂੰ ਕਿਸ ਮੁਸੀਬਤ ਵਿੱਚ ਪਾ ਦਿੱਤਾ? ਰਾਜਵੀਰ ਬਹੁਤ ਦੇਰ ਤੱਕ ਖਾਮੋਸ਼ ਹੋ ਕੇ ਮੈਨੂੰ ਦੇਖਦਾ ਰਿਹਾ। ਫਿਰ ਬੋਲਿਆ, ਕਿਉਂਕਿ ਤੁਹਾਡੀ ਭੈਣ ਨੇ ਤੁਹਾਡੇ ਨਾਲ ਧੋਖਾ ਕੀਤਾ। ਮੈਂ ਰਾਜਵੀਰ ਵੱਲ ਦੇਖਿਆ ਤੇ ਸੋਚਿਆ ਕਿ ਉਸ ਨੇ ਝੂਠ ਬੋਲ ਕੇ ਮੈਂ ਕਰਨਾ ਹੀ ਕੀ ਸੀ। ਇਸ ਲਈ ਮੈਂ ਉਸ ਨੂੰ ਸਾਰਾ ਸੱਚ ਦੱਸ ਦਿੱਤਾ ਕਿ ਨਹੀਂ, ਉਸ ਨੇ ਮੇਰੇ ਨਾਲ ਧੋਖਾ ਨਹੀਂ ਕੀਤਾ, ਬਲਕਿ ਮੈਂ ਪੂਨਮ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਡਰਾ ਦਿੱਤਾ ਸੀ ਕਿ ਪਤੀ ਚੰਗੇ ਨਹੀਂ ਹੁੰਦੇ, ਇਸ ਲਈ ਉਸ ਨੇ ਆਪਣੇ ਵਿਆਹ ਦਾ ਲਹਿੰਗਾ ਮੈਨੂੰ ਪਹਿਨਾ ਦਿੱਤਾ। ਇਸ ਤਰ੍ਹਾਂ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ। ਮੇਰੀ ਗੱਲ ਸੁਣ ਰਾਜਵੀਰ ਬੋਲਿਆ, ਤੂੰ ਐਵੇਂ ਕਿਉਂ ਕੀਤਾ ਅਰਚਨਾ? ਮੈਂ ਰੋਂਦੀ ਹੋਈ ਬੋਲੀ, ਕਿਉਂਕਿ ਮੇਰਾ ਦਿਮਾਗ ਖਰਾਬ ਹੋ ਗਿਆ ਸੀ। ਮੇਰੀ ਕਿਸਮਤ ਫੁੱਟ ਗਈ ਸੀ। ਇਸ ਲਈ ਦਰਅਸਲ ਮੈਂ ਤੁਹਾਡੀ ਤਸਵੀਰ ਦੇਖੀ ਤਾਂ ਮੈਨੂੰ ਉਸੇ ਵਕਤ ਤੁਹਾਡੇ ਨਾਲ ਮੁਹੱਬਤ ਹੋ ਗਈ ਸੀ। ਇਸ ਲਈ ਮੈਂ ਸੋਚਿਆ ਕਿ ਤੁਹਾਡਾ ਰਿਸ਼ਤਾ ਤਾਂ ਮੇਰੇ ਲਈ ਆਇਆ ਸੀ, ਤਾਂ ਫਿਰ ਕਿਉਂ ਉਸ ਦਾ ਵਿਆਹ ਉਸ ਨਾਲ ਹੋਣ ਦੇਵਾਂ। ਰਾਜਵੀਰ ਬਹੁਤ ਦੇਰ ਤੱਕ ਮੈਨੂੰ ਦੇਖਦਾ ਰਿਹਾ, ਫਿਰ ਬੋਲਿਆ, ਅਰਚਨਾ ਕੀ ਤੂੰ ਗੌਰ ਨਾਲ ਨਹੀਂ ਦੇਖਿਆ? ਮੇਰੀ ਸ਼ਕਲ ਤਾਂ ਬਿਲਕੁਲ ਵੈਸੀ ਆ ਜਿਵੇਂ ਦੀ ਤੂੰ ਤਸਵੀਰ 'ਚ ਦੇਖੀ ਸੀ, ਜਿਸ ਨੂੰ ਦੇਖ ਕੇ ਤੈਨੂੰ ਮੇਰੇ ਨਾਲ ਮੁਹੱਬਤ ਹੋਈ ਸੀ। ਰਾਜਵੀਰ ਦੀਆਂ ਅੱਖਾਂ ਲਾਲ ਹੋ ਗਈਆਂ। ਉਹ ਬਹੁਤ ਦੁਖੀ ਲੱਗ ਰਿਹਾ ਸੀ, ਪਰ ਮੈਨੂੰ ਉਸ ਦੀ ਪਰਵਾਹ ਨਹੀਂ ਸੀ। ਮੇਰੇ ਨਾਲ ਜੋ ਧੋਖਾ ਹੋਇਆ, ਮੇਰੇ ਲਈ ਉਹ ਬਹੁਤ ਸੀ। ਮੈਂ ਗੁੱਸੇ ਵਿੱਚ ਰੋਂਦੀ ਹੋਈ ਬਾਥਰੂਮ ਵਿੱਚ ਚਲੀ ਗਈ, ਕੱਪੜੇ ਬਦਲ ਕੇ ਬੈੱਡ 'ਤੇ ਲੇਟ ਗਈ।
ਮੇਰੀਆਂ ਅੱਖਾਂ 'ਚੋਂ ਹੰਝੂ ਹੀ ਵਹਿ ਰਹੇ ਸੀ। ਰਾਜਵੀਰ ਅਜੇ ਵੀ ਵੀਲਚੇਅਰ ਉੱਤੇ ਬੈਠਾ ਹੋਇਆ ਸੀ। ਰੋਂਦੇ ਰੋਂਦੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਸਵੇਰ ਹੋਈ। ਮੇਰੀ ਸੱਸ ਬੋਲੀ, ਮੈਂ ਤੈਨੂੰ ਆਪਣੇ ਬੇਟੇ ਦੀ ਜ਼ਿੰਦਗੀ 'ਚੋਂ ਕੱਢ ਕੇ ਰਹੂੰਗੀ। ਤੈਨੂੰ ਇਸ ਘਰ ਵਿੱਚ ਵਸਣ ਨਹੀਂ ਦੇਵਾਂਗੀ। ਮੈਂ ਤੈਨੂੰ ਤਲਾਕ ਦਵਾ ਕੇ ਰਹਾਂਗੀ। ਮੈਂ ਵੀ ਗੁੱਸੇ ਵਿੱਚ ਬੋਲੀ ਕਿ ਮੈਂ ਵੀ ਤੁਹਾਡੇ ਅਪਾਹਜ ਬੇਟੇ ਨਾਲ ਨਹੀਂ ਰਹਿਣਾ ਚਾਹੁੰਦੀ। ਕੱਲ੍ਹ ਦੀ ਬਜਾਏ ਤੁਸੀਂ ਮੈਨੂੰ ਹੁਣੇ ਤਲਾਕ ਦਵਾ ਦਿਓ। ਮੈਂ ਇੰਨਾ ਕਹਿ ਕੇ ਮੁੜੀ ਤਾਂ ਰਾਜਵੀਰ ਵੀ ਵੀਲਚੇਅਰ 'ਤੇ ਬੈਠਾ ਦੇਖਿਆ। ਉਸ ਦਾ ਚਿਹਰਾ ਮੇਰੀ ਬੇਇੱਜ਼ਤੀ ਕਰਨ ਨਾਲ ਲਾਲ ਹੋ ਰਿਹਾ ਸੀ। ਥੋੜ੍ਹੀ ਦੇਰ ਤੱਕ ਲਈ ਮੈਨੂੰ ਰਾਜਵੀਰ 'ਤੇ ਤਰਸ ਆ ਗਿਆ, ਪਰ ਮੈਂ ਸੋਚਿਆ ਦੁਨੀਆ ਜਹਾਨ 'ਤੇ ਤਰਸ ਦਾ ਠੇਕਾ ਮੈਂ ਥੋੜ੍ਹਾ ਉਠਾ ਰੱਖਿਆ। ਜਦੋਂ ਮੈਂ ਕਮਰੇ ਵਿੱਚ ਆਈ ਤਾਂ ਰਾਜਵੀਰ ਬੋਲਿਆ, ਅਰਚਨਾ, ਜੋ ਹੋਣਾ ਸੀ ਹੋ ਗਿਆ। ਹੁਣ ਮੈਂ ਤੇਰੇ ਸਾਹਮਣੇ ਆ। ਇਹ ਘਰ, ਇਹ ਜਾਇਦਾਦ, ਅੱਜ ਤੋਂ ਸਭ ਕੁਝ ਤੇਰਾ। ਲੇਕਿਨ ਜੇ ਹੁਣ ਤੂੰ ਮੇਰੇ ਤੋਂ ਤਲਾਕ ਲੈਣਾ ਚਾਹੁੰਦੀ ਆ ਤਾਂ ਮੈਂ ਤੇਰੇ ਫੈਸਲੇ ਦਾ ਸਨਮਾਨ ਕਰਦਾ। ਇੱਕਦਮ ਮੇਰੇ ਦਿਮਾਗ ਵਿੱਚ ਖਿਆਲ ਆਇਆ, ਚਲੋ ਤਲਾਕ ਤਾਂ ਲੈ ਹੀ ਲਊਂਗੀ। ਕਿਉਂ ਨਾ ਉਦੋਂ ਤੱਕ 1 ਮਹੀਨਾ ਰਾਜਵੀਰ ਦੇ ਨਾਲ ਰਹਿ ਕੇ ਉਸਦੇ ਸਾਨੋ ਸ਼ੌਕਤ ਤੇ ਠਾਠ-ਬਾਠ ਦਾ ਮਜ਼ਾ ਲਿਆ ਜਾਵੇ। ਉਦੋਂ ਤੱਕ ਮੇਰੇ ਘਰ ਵਾਲਿਆਂ ਦਾ ਗੁੱਸਾ ਵੀ ਸ਼ਾਂਤ ਹੋ ਜਾਵੇਗਾ। ਕਿਉਂਕਿ ਜਦੋਂ ਮੇਰੇ ਘਰਦਿਆਂ ਨੂੰ ਪਤਾ ਲੱਗਿਆ ਕਿ ਮੈਂ ਪੂਨਮ ਦੀ ਜਗ੍ਹਾ ਵਿਆਹ ਕਰਾ ਲਿਆ, ਸਾਰੇ ਘਰ ਵਾਲੇ ਗੁੱਸੇ ਵਿੱਚ ਸੀ। ਸਾਰਾ ਦੋਸ਼ ਮੈਨੂੰ ਦੇ ਰਹੇ ਸੀ। ਪੂਨਮ ਨੇ ਵੀ ਮੰਮੀ ਪਾਪਾ ਨੂੰ ਸੱਚ ਦੱਸ ਦਿੱਤਾ ਕਿ ਦੀਦੀ ਨੇ ਮੈਨੂੰ ਡਰਾ ਧਮਕਾ ਕੇ ਮੇਰੇ ਤੋਂ ਇਹ ਸਭ ਕਰਵਾਇਆ। ਮੈਂ ਰਾਜਵੀਰ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਕਮਰੇ ਤੋਂ ਬਾਹਰ ਨਿਕਲ ਆਈ। ਸਾਹਮਣੇ ਹੀ ਮੇਰੀ ਸੱਸ ਇੱਕ ਆਦਮੀ ਨਾਲ ਗੱਲਾਂ ਕਰ ਰਹੀ ਸੀ। ਵੈਸੇ ਮੇਰੀ ਸੱਸ ਬਿਲਕੁਲ ਵੀ ਮੇਰੀ ਸੱਸ ਨਹੀਂ ਸੀ ਲੱਗਦੀ। ਉਹ ਤਾਂ ਬਹੁਤ ਹੀ ਜਵਾਨ ਦਿਖਦੀ ਸੀ। ਮੇਰੀ ਸੱਸ ਦਾ ਮੂਡ ਹੁਣ ਕੁਝ ਵਧੀਆ ਲੱਗ ਰਿਹਾ ਸੀ। ਉਹ ਬੋਲੀ, ਅਰਚਨਾ, ਇਹਨਾਂ ਨੂੰ ਮਿਲੋ। ਇਹ ਰਾਜੇਸ਼ ਹੈ, ਆਪਣੇ ਗੁਆਂਢ ਵਿੱਚ ਰਹਿੰਦਾ। ਇਹ ਵੀ ਆਪਣੇ ਵਾਂਗ ਬਹੁਤ ਵੱਡੇ ਜ਼ਿਮੀਂਦਾਰ ਹੈ। ਇਹ ਕੱਲ੍ਹ ਦਾ ਮੇਰਾ ਸਿਰ ਖਾ ਰਿਹਾ ਕਿ ਭਾਬੀ ਐਨੀ ਸੋਹਣੀ ਆ, ਮੇਰੇ ਲਈ ਵੀ ਭਾਬੀ ਵਰਗੀ ਕੁੜੀ ਲੱਭ ਦਿਓ। ਮੇਰੀ ਸੱਸ ਦੀ ਗੱਲ ਸੁਣ ਕੇ ਮੈਨੂੰ ਪੂਨਮ ਦਾ ਖਿਆਲ ਆ ਗਿਆ। ਮੈਂ ਸੋਚਿਆ ਕਿਉਂ ਨਾ ਮੈਂ ਪੂਨਮ ਦਾ ਰਿਸ਼ਤਾ ਇਸ ਲਈ ਮੰਗ ਲਵਾਂ। ਲੇਕਿਨ ਉਹ ਆਦਮੀ ਮੈਨੂੰ ਦੇਖ ਕੇ ਬੋਲਿਆ ਕਿ ਤਸਵੀਰ ਵਿੱਚ ਜੋ ਕੁੜੀ ਦੇਖੀ ਸੀ ਉਹ ਤਾਂ ਬਹੁਤ ਹੀ ਸੁੰਦਰ ਸੀ, ਲੇਕਿਨ ਭਾਬੀ ਵੀ ਘੱਟ ਸੁੰਦਰ ਨਹੀਂ ਆ, ਪਰ ਤਸਵੀਰ ਵਾਲੀ ਕੁੜੀ ਤਾਂ ਬਹੁਤ ਹੀ ਸੁੰਦਰ ਸੀ। ਫਿਰ ਮੇਰੀ ਸੱਸ ਨੂੰ ਬੋਲਿਆ ਕਿ ਤੁਸੀਂ ਅਚਾਨਕ ਆਪਣੀ ਬਹੂ ਬਦਲ ਕਿਵੇਂ ਲਈ। ਸ਼ਰਮ ਦੀ ਵਜ੍ਹਾ ਨਾਲ ਮੇਰਾ ਸਿਰ ਨੀਵਾਂ ਹੋ ਗਿਆ ਤੇ ਮੇਰੀ ਸੱਸ ਇਸ ਹਾਲਤ ਦਾ ਮਜ਼ਾ ਲੈ ਰਹੀ ਸੀ। ਗੁੱਸੇ ਤੇ ਜਲਨ ਨੇ ਮੈਨੂੰ ਅੰਦਰੋਂ ਅੰਦਰੀ ਸਾੜ ਦਿੱਤਾ। ਮੈਂ ਕਮਰੇ ਵਿੱਚ ਆਈ ਤੇ ਸਮਾਨ ਦੀ ਤੋੜ-ਫੋੜ ਕਰਨ ਲੱਗੀ, ਜਦ ਕਿ ਰਾਜਵੀਰ ਮੈਨੂੰ ਬੇਵਸੀ ਨਾਲ ਦੇਖ ਰਿਹਾ ਸੀ। ਹੁਣ ਮੈਂ ਵੀ ਸੋਚ ਲਿਆ ਸੀ ਕਿ ਪੂਨਮ ਤੋਂ ਉਸ ਦਾ ਨਸੀਬ ਖੋਹ ਕੇ ਰਹਾਂਗੀ। ਮੈਂ ਸੋਚਿਆ ਪਹਿਲਾਂ ਰਾਜੇਸ਼ ਦਾ ਤੇ ਪੂਨਮ ਦਾ ਰਿਸ਼ਤਾ ਕਰਵਾਉਂਗੀ ਤੇ ਫਿਰ ਪੂਨਮ ਨੂੰ ਦੁੱਖ ਦੇਣ ਲਈ, ਉਸ ਨੂੰ ਤੜਫਾਉਣ ਲਈ ਮੈਂ ਇਹ ਰਿਸ਼ਤਾ ਤੁੜਵਾ ਦੇਵਾਂਗੀ। ਇਸ ਲਈ ਹੁਣ ਮੈਂ ਹੌਲੀ-ਹੌਲੀ ਰਾਜੇਸ਼ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਸ਼ਾਮ ਮੈਂ ਰਾਜੇਸ਼ ਨੂੰ ਗਾਰਡਨ ਵਿੱਚ ਬੈਠਾ ਦੇਖਿਆ ਤੇ ਜਲਦੀ ਨਾਲ ਉਸ ਕੋਲ ਜਾ ਬੈਠੀ ਤੇ ਬੋਲੀ, ਜੇ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਇੱਥੇ ਬੈਠ ਜਾਵਾਂ। ਰਾਜੇਸ਼ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਮੈਂ ਬੈਠ ਗਈ ਤੇ ਰੋਣ ਲੱਗੀ। ਉਹ ਚੌਂਕ ਗਿਆ ਤੇ ਉਹ ਬੋਲਿਆ, ਕੀ ਹੋਇਆ ਭਾਬੀ, ਤੁਸੀਂ ਰੋ ਕਿਉਂ ਰਹੇ ਹੋ? ਮੈਂ ਹੋਰ ਜ਼ੋਰ ਦੀ ਰੋਣ ਲੱਗੀ। ਮੈਂ ਬੋਲੀ, ਰਾਜੇਸ਼, ਅੱਜ ਤੋਂ ਬਾਅਦ ਮੈਨੂੰ ਭਾਬੀ ਨਾ ਕਹੀਂ। ਮੈਨੂੰ ਇਸ ਰਿਸ਼ਤੇ ਤੋਂ ਨਫ਼ਰਤ ਆ। ਤੁਸੀਂ ਮੈਨੂੰ ਮੇਰੇ ਨਾਂ ਤੋਂ ਅਰਚਨਾ ਕਹਿ ਕੇ ਬੁਲਾ ਸਕਦੇ ਹੋ। ਰਾਜੇਸ਼ ਪਹਿਲਾਂ ਤਾਂ ਹੈਰਾਨ ਹੋਇਆ, ਫਿਰ ਬੋਲਿਆ, ਅਰਚਨਾ, ਦੱਸੋ ਕੀ ਹੋਇਆ ਤੁਹਾਨੂੰ? ਤੁਸੀਂ ਰੋ ਕਿਉਂ ਰਹੇ ਹੋ? ਮੈਂ ਬੋਲੀ, ਮੇਰੇ ਨਾਲ ਵੱਡਾ ਧੋਖਾ ਹੋ ਗਿਆ। ਮੈਂ ਇਸ ਤਰ੍ਹਾਂ ਦੇ ਅਪਾਹਜ ਇਨਸਾਨ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਰਾਜੇਸ਼ ਮੈਨੂੰ ਦਿਲਾਸਾ ਦਿੰਦਾ ਰਿਹਾ। ਮੈਂ ਕਮਰੇ ਵਿੱਚ ਗਈ ਤਾਂ ਰਾਜਵੀਰ ਮੈਨੂੰ ਦੇਖ ਕੇ ਤਿੱਖੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਉਹ ਮੈਨੂੰ ਦੇਖ ਕੇ ਬੋਲਿਆ, ਅਰਚਨਾ, ਇੱਕ ਗੱਲ ਕਹਾਂ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਬੋਲਿਆ ਕਿ ਰਾਜੇਸ਼ ਤੋਂ ਦੂਰ ਰਹਿ, ਉਹ ਬਿਲਕੁਲ ਚੰਗਾ ਆਦਮੀ ਨਹੀਂ ਆ। ਮੈਂ ਗੁੱਸੇ ਤੇ ਨਫ਼ਰਤ ਨਾਲ ਬੋਲੀ, ਹਾਂ, ਘੱਟੋ ਘੱਟ ਅਪਾਹਜ ਤਾਂ ਨਹੀਂ ਹੈ। ਮੇਰੀ ਗੱਲ ਸੁਣ ਕੇ ਰਾਜਵੀਰ ਖਾਮੋਸ਼ ਹੋ ਗਿਆ। ਮੈਂ ਸੌਣ ਦੇ ਲਈ ਬੈੱਡ 'ਤੇ ਲੇਟ ਗਈ। ਅੱਧੀ ਰਾਤ ਮੇਰੀ ਅੱਖ ਸਿਸਕੀਆਂ ਦੀ ਆਵਾਜ਼ ਨਾਲ ਖੁੱਲ੍ਹ ਗਈ। ਮੈਂ ਸਿਰ ਉਠਾ ਕੇ ਦੇਖਿਆ ਤਾਂ ਰਾਜਵੀਰ ਖਿੜਕੀ ਦੇ ਸਾਹਮਣੇ ਬੈਠਾ ਰੋ ਰਿਹਾ ਸੀ। ਇੱਕ ਪਲ ਲਈ ਐਵੇਂ ਲੱਗਾ ਕਿਵੇਂ ਕਿਸੇ ਨੇ ਮੇਰਾ ਦਿਲ ਮਸਲ ਕੇ ਰੱਖ ਦਿੱਤਾ ਹੋਵੇ। ਕੁਝ ਵੀ ਕਹੋ, ਰਾਜਵੀਰ ਮੇਰੀ ਪਹਿਲੀ ਮੁਹੱਬਤ ਸੀ। ਉਸ ਦੀ ਮੁਹੱਬਤ ਮੇਰੇ ਦਿਲ ਵਿੱਚ ਸਿਰ ਚੁੱਕਣ ਲੱਗੀ ਸੀ। ਲੇਕਿਨ ਫਿਰ ਪੂਨਮ ਵਿੱਚ ਆ ਗਈ। ਮੈਂ ਪੂਨਮ ਨੂੰ ਕਿਸੇ ਵੀ ਤਰ੍ਹਾਂ ਨਾਲ ਜਿੱਤਣ ਨਹੀਂ ਸੀ ਦੇਣਾ ਚਾਹੁੰਦੀ। ਜੇ ਮੈਂ ਰਾਜਵੀਰ ਨੂੰ ਆਪਣਾ ਨਸੀਬ ਸਮਝ ਕੇ ਰਾਜਵੀਰ ਨਾਲ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੀ ਤੇ ਫਿਰ ਪੂਨਮ ਦਾ ਕਿਸੇ ਹੋਰ ਚੰਗੀ ਜਗ੍ਹਾ ਰਿਸ਼ਤਾ ਹੋ ਜਾਂਦਾ ਤਾਂ ਇੱਥੇ ਵੀ ਪੂਨਮ ਮੇਰੇ ਤੋਂ ਜਿੱਤ ਜਾਂਦੀ। ਪਰ ਮੈਂ ਅਜਿਹਾ ਨਹੀਂ ਸੀ ਹੋਣ ਦੇਣਾ ਚਾਹੁੰਦੀ। ਮੈਂ ਪੂਨਮ ਤੋਂ ਨੀਵਾਂ ਹੋ ਕੇ ਨਹੀਂ ਰਹਿ ਸਕਦੀ ਸੀ।
ਮੈਨੂੰ ਲੱਗਦਾ ਸੀ ਕਿ ਪੂਨਮ ਮੇਰੇ ਤੇ ਅੰਦਰੋਂ ਅੰਦਰੀ ਹੱਸਦੀ ਹੋਵੇਗੀ। ਮੈਂ ਰਾਜਵੀਰ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਫਿਰ ਸੌਣ ਲਈ ਲੇਟ ਗਈ। ਪਰ ਇਸ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਸੀ। ਮੈਂ ਜਿਹੜੇ ਰਸਤਿਆਂ 'ਤੇ ਚੱਲ ਰਹੀ ਸੀ, ਪਤਾ ਨਹੀਂ ਉਹਨਾਂ ਦਾ ਕੀ ਅੰਜਾਮ ਹੋਣਾ ਸੀ। ਮੇਰੀ ਸੱਸ ਮੇਰੇ ਤੋਂ ਬਹੁਤ ਬੁਰਾ ਸਲੂਕ ਕਰਦੀ ਸੀ, ਪਰ ਮੈਂ ਆਪਣੀ ਸੱਸ ਤੋਂ ਬਿਲਕੁਲ ਨਹੀਂ ਸੀ ਦਬਦੀ। ਮੈਂ ਵੀ ਉਸ ਨੂੰ ਮੂੰਹ ਤੋੜ ਜਵਾਬ ਦੇ ਦਿੰਦੀ। ਇੱਕ ਦਿਨ ਮੈਂ ਆਪਣੀ ਸੱਸ ਦੇ ਕਮਰੇ ਕੋਲੋਂ ਗੁਜ਼ਰ ਰਹੀ ਸੀ। ਮੈਨੂੰ ਰਾਜਵੀਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਮੇਰਾ ਨਾਮ ਲੈ ਰਿਹਾ ਸੀ। ਮੈਂ ਇੱਕਦਮ ਰੁਕ ਗਈ। ਰਾਜਵੀਰ ਬੋਲਿਆ, ਮੇਰੀ ਪਤਨੀ ਨਾਲ ਬੁਰਾ ਵਿਵਹਾਰ ਨਾ ਕਰਿਆ ਕਰੋ। ਮੈਂ ਉਸ ਨੂੰ ਹੀ ਸਨਮਾਨ ਦਿਵਾਉਣਾ ਚਾਹੁੰਦਾ ਹਾਂ ਜੋ ਇੱਕ ਬਹੂ ਦਾ ਹੁੰਦਾ। ਮੇਰੀ ਸੱਸ ਗੁੱਸੇ ਵਿੱਚ ਬੋਲੀ ਕਿ ਉਹ ਪਤਨੀ ਹੈ ਜੋ ਤੇਰਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੀ, ਜੋ ਤੈਨੂੰ ਅਪਾਹਜ ਅਪਾਹਜ ਕਹਿ ਕੇ ਬੁਲਾਉਂਦੀ ਆ। ਮੈਂ ਤਾਂ ਕਹਿੰਦੀ ਆ ਕਿ ਉਸ ਨੂੰ ਤਲਾਕ ਦੇ ਕੇ ਚੱਲਦਾ ਕਰ। ਮੈਨੂੰ ਡਰ ਹੈ ਕਿ ਕਿਤੇ ਉਹ ਰਾਜੇਸ਼ ਨੂੰ ਆਪਣੇ ਜਾਲ ਵਿੱਚ ਨਾ ਫਸਾ ਲਵੇ। ਉਦੋਂ ਰਾਜਵੀਰ ਇੱਕਦਮ ਗੁੱਸੇ ਵਿੱਚ ਬੋਲਿਆ, ਖਬਰਦਾਰ ਜੇ ਅੱਜ ਤੋਂ ਬਾਅਦ ਤੁਸੀਂ ਅਰਚਨਾ ਖਿਲਾਫ ਅਜਿਹੇ ਸ਼ਬਦ ਦਾ ਇਸਤੇਮਾਲ ਕੀਤਾ। ਉਹ ਹੁਣ ਮੇਰੀ ਪਤਨੀ ਆ। ਮੈਂ ਉਸ ਦੇ ਬਾਰੇ ਕੁਝ ਵੀ ਗਲਤ ਨਹੀਂ ਸੁਣ ਸਕਦਾ। ਮੈਂ ਕਮਰੇ ਵਿੱਚ ਆ ਗਈ। ਥੋੜ੍ਹੀ ਦੇਰ ਬਾਅਦ ਮੇਰੇ ਕਮਰੇ ਦੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ 'ਤੇ ਰਾਜੇਸ਼ ਖੜ੍ਹਾ ਸੀ। ਹੈਂਡਸਮ ਜਿਹਾ ਰਾਜੇਸ਼ ਚਿਹਰੇ 'ਤੇ ਮੁਸਕਰਾਹਟ ਲੈ ਕੇ ਮੇਰੇ ਸਾਹਮਣੇ ਖੜ੍ਹਾ ਸੀ। ਰਾਜੇਸ਼ ਬੋਲਿਆ, ਅਰਚਨਾ, ਜੇ ਤੁਹਾਡਾ ਮਨ ਹੋਵੇ ਤਾਂ ਕਿਤੇ ਘੁੰਮਣ ਲਈ ਚੱਲੀਏ। ਪਰ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਮੈਂ ਬੋਲੀ, ਮੇਰੀ ਤਬੀਅਤ ਠੀਕ ਨਹੀਂ। ਰਾਜੇਸ਼ ਮੂੰਹ ਲਟਕਾ ਕੇ ਚਲਾ ਗਿਆ। ਰਾਜਵੀਰ ਦੇ ਨਾਲ ਮੇਰਾ ਜੋ ਰਵੱਈਆ ਸੀ, ਮੈਨੂੰ ਆਪਣੇ ਉਸ ਰਵੱਈਏ 'ਤੇ ਦੁੱਖ ਹੋ ਰਿਹਾ ਸੀ। ਮੈਂ ਕਿਸ ਤਰ੍ਹਾਂ ਰਾਜਵੀਰ ਨੂੰ ਅਪਮਾਨਿਤ ਕੀਤਾ ਤੇ ਉਸ ਨੂੰ ਅਪਾਹਜ ਕਹਿ ਕੇ ਬੁਲਾਉਂਦੀ ਰਹੀ। ਤੇ ਰਾਜਵੀਰ ਨੇ ਅੱਜ ਆਪਣੀ ਮਾਂ ਦੇ ਸਾਹਮਣੇ ਮੇਰੀ ਕਿੰਨੀ ਸਾਈਡ ਲਈ, ਕਿੰਨੇ ਸਨਮਾਨ ਨਾਲ ਉਹ ਮੇਰੇ ਲਈ ਗੱਲ ਕਰ ਰਿਹਾ ਸੀ। ਜੋ ਵੀ ਸੀ, ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਰਾਜਵੀਰ ਲਈ ਹੁਣ ਵੀ ਮੁਹੱਬਤ ਜਿੰਦਾ ਸੀ। ਜਦੋਂ ਮੈਂ ਆਪਣੇ ਦਿਲ ਦੀ ਸੁਣੀ ਤਾਂ ਉਸ ਨੇ ਵੀ ਰਾਜਵੀਰ ਦਾ ਨਾਮ ਲਿਆ। ਮੈਂ ਰਾਜਵੀਰ ਦੇ ਪਿਆਰ ਤੋਂ ਇਨਕਾਰ ਨਹੀਂ ਸੀ ਕਰ ਸਕਦੀ। ਰਾਤ ਨੂੰ ਜਦੋਂ ਰਾਜਵੀਰ ਆਪਣੇ ਕਮਰੇ ਵਿੱਚ ਆਇਆ ਤਾਂ ਹਨੇਰੇ ਵਿੱਚ ਮੈਨੂੰ ਇਸ ਤਰ੍ਹਾਂ ਪਿਆ ਦੇਖ ਕੇ ਉਹ ਪਰੇਸ਼ਾਨ ਹੋ ਗਿਆ। ਬੋਲਿਆ, ਕੀ ਗੱਲ ਹੈ ਅਰਚਨਾ, ਤਬੀਅਤ ਤਾਂ ਠੀਕ ਹੈ ਨਾ? ਮੈਂ ਇੱਕਦਮ ਉੱਠੀ, ਰਾਜਵੀਰ ਦੇ ਕਦਮਾਂ ਵਿੱਚ ਜਾ ਕੇ ਬੈਠ ਗਈ। ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਹ ਸਭ ਕੁਝ ਤਾਂ ਮੈਂ ਆਪਣੀ ਭੈਣ ਤੋਂ ਦੁਸ਼ਮਣੀ ਕੱਢਣ ਲਈ ਕੀਤਾ ਸੀ। ਰਾਜਵੀਰ ਨੇ ਜ਼ਖਮੀ ਮੁਸਕਰਾਹਟ ਨਾਲ ਕਿਹਾ, ਕੋਈ ਅਪਾਹਜ ਨਾਲ ਹਮਦਰਦੀ ਤਾਂ ਕਰ ਸਕਦਾ ਹੈ, ਪਰ ਪਿਆਰ ਨਹੀਂ ਕਰ ਸਕਦਾ। ਮੈਂ ਰੋ ਰਹੀ ਸੀ। ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮੁਹੱਬਤ ਨਾਲ ਰਾਜਵੀਰ ਦਾ ਦਿਲ ਜਿੱਤ ਕੇ ਰਹਾਂਗੀ। ਜਦੋਂ ਮੈਂ ਆਪਣੇ ਦਿਲ ਦੀ ਸੁਣੀ ਤਾਂ ਮੈਨੂੰ ਲੱਗਿਆ ਕਿ ਮੈਂ ਰਾਜਵੀਰ ਬਿਨਾਂ ਨਹੀਂ ਰਹਿ ਸਕਦੀ। ਹੌਲੀ ਹੌਲੀ ਮੈਂ ਰਾਜਵੀਰ ਦੇ ਕਰੀਬ ਹੋਣ ਲੱਗੀ। ਉਸ ਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਦੀ। ਰਾਜਵੀਰ ਮਨਾ ਕਰਦਾ ਰਹਿੰਦਾ, ਪਰ ਮੈਂ ਨਹੀਂ ਮੰਨਦੀ। ਰਾਜੇਸ਼ ਹੁਣ ਵੀ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਸੀ। ਕਹਿੰਦਾ, ਅਰਚਨਾ, ਹੁਣ ਤਾਂ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ। ਪਰ ਮੈਂ ਰਾਜੇਸ਼ ਨੂੰ ਬਹੁਤ ਬੁਰੀ ਤਰ੍ਹਾਂ ਡਾਂਟ ਦਿੱਤਾ। ਮੇਰਾ ਟਾਈਮ ਮੇਰੇ ਪਤੀ ਰਾਜਵੀਰ ਦੇ ਲਈ ਆ, ਗੈਰਾਂ ਦੇ ਲਈ ਨਹੀਂ। ਨਾਲੇ ਮੈਂ ਰਾਜੇਸ਼ ਨੂੰ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਉਹ ਮੈਨੂੰ ਨਾਮ ਲੈ ਕੇ ਨਾ ਬੁਲਾਵੇ, ਬਲਕਿ ਭਾਬੀ ਕਹਿ ਕੇ ਬੁਲਾਵੇ। ਰਾਜੇਸ਼ ਪਹਿਲਾਂ ਤਾਂ ਹੈਰਾਨ ਹੋਇਆ ਤੇ ਫਿਰ ਖਾਮੋਸ਼ ਹੋ ਕੇ ਚਲਾ ਗਿਆ। ਪਰ ਹੁਣ ਰਾਜੇਸ਼ ਮੇਰਾ ਪਿੱਛਾ ਨਹੀਂ ਸੀ ਛੱਡਣਾ ਚਾਹੁੰਦਾ। ਉਹ ਆਨੇ ਬਹਾਨੇ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਤੇ ਇਸ ਤਰ੍ਹਾਂ ਜਤਾਉਂਦਾ ਕਿ ਜਿਵੇਂ ਉਹ ਮੇਰੀ ਬਹੁਤ ਪਰਵਾਹ ਕਰਦਾ ਹੈ। ਮੈਨੂੰ ਗੁੱਸਾ ਤਾਂ ਬਹੁਤ ਆਉਂਦਾ, ਪਰ ਮੈਂ ਆਪਣੇ ਗੁੱਸੇ ਨੂੰ ਪੀ ਜਾਂਦੀ। ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਬੋਲੀ, ਅਰਚਨਾ, ਮੈਂ ਰਾਜੇਸ਼ ਦੇ ਲਈ ਪੂਨਮ ਦਾ ਹੱਥ ਮੰਗਣਾ ਚਾਹੁੰਦੀ ਹਾਂ। ਪੂਨਮ ਕਿੰਨੀ ਖੁਸ਼ ਰਹੂਗੀ ਨਾ ਰਾਜੇਸ਼ ਦੇ ਨਾਲ। ਪਰ ਅਰਚਨਾ, ਤੂੰ ਦਿਲ ਛੋਟਾ ਨਾ ਕਰੀ। ਆਪਣੀ ਆਪਣੀ ਕਿਸਮਤ ਹੁੰਦੀ ਆ। ਪੂਨਮ ਦੇ ਹਿੱਸੇ ਦੀਆਂ ਜੋ ਖੁਸ਼ੀਆਂ ਹਨ ਉਹ ਤੂੰ ਖੋ ਨਹੀਂ ਸਕਦੀ। ਇੰਨਾ ਕਹਿ ਕੇ ਮੇਰੀ ਸੱਸ ਚਲੀ ਗਈ। ਜਦ ਕਿ ਮੈਂ ਸੋਚ ਰਹੀ ਸੀ ਕਿ ਮੇਰੀ ਸੱਸ ਮੈਨੂੰ ਫਿਰ ਕਿਉਂ ਉਕਸਾ ਰਹੀ ਆ, ਅਜਿਹੀਆਂ ਗੱਲਾਂ ਕਿਉਂ ਕਰਦੀ ਆ ਕਿ ਜਿਸ ਨੂੰ ਸੁਣ ਕੇ ਮੈਨੂੰ ਗੁੱਸਾ ਆ ਜਾਵੇ। ਜਦੋਂ ਵੀ ਪੂਨਮ ਦਾ ਨਾਮ ਮੇਰੇ ਸਾਹਮਣੇ ਆ ਜਾਂਦਾ ਤਾਂ ਮੇਰਾ ਦਿਲ ਤੜਫ ਜਾਂਦਾ। ਮੈਂ ਗੁੱਸੇ ਵਿੱਚ ਭਰ ਜਾਂਦੀ ਸੀ। ਫਿਰ ਮੈਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ। ਹੁਣ ਮੈਂ ਰਾਜਵੀਰ ਦੀ ਖਾਤਰ ਆਪਣੇ ਗੁੱਸੇ ਨੂੰ ਦਬਾਉਣ ਲੱਗੀ। ਮੇਰੀ ਸੱਸ ਮੈਨੂੰ ਬਾਰ-ਬਾਰ ਭੜਕਾਉਂਦੀ, ਪਰ ਮੈਂ ਆਪਣਾ ਗੁੱਸਾ ਦਬਾ ਲੈਂਦੀ। ਹੌਲੀ ਹੌਲੀ ਮੇਰੇ ਦਿਲ ਵਿੱਚ ਰਾਜਵੀਰ ਦੀ ਮੁਹੱਬਤ ਹੋਰ ਵੀ ਮਜ਼ਬੂਤ ਹੋ ਰਹੀ ਸੀ। ਮੈਂ ਰਾਜਵੀਰ ਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਖੁਸ਼ੀ-ਖੁਸ਼ੀ ਕਰਦੀ। ਮੈਂ ਰਾਜਵੀਰ ਦੀਆਂ ਦਵਾਈਆਂ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ। ਪਰ ਮੈਂ ਇਹ ਦੇਖ ਕੇ ਹੈਰਾਨ ਹੋ ਗਈ ਕਿ ਰਾਜਵੀਰ ਨੂੰ ਬਹੁਤ ਜ਼ਿਆਦਾ ਦਵਾਈਆਂ ਦਿੱਤੀਆਂ ਜਾਂਦੀਆਂ ਸੀ। 10-12 ਗੋਲੀਆਂ ਇੱਕ ਵਾਰ ਵਿੱਚ ਖਵਾਈਆਂ ਜਾਂਦੀਆਂ ਸੀ। ਮੈਨੂੰ ਬਹੁਤ ਹੈਰਾਨੀ ਹੋਈ, ਪਰ ਇਹ ਸੋਚ ਕੇ ਚੁੱਪ ਹੋ ਜਾਂਦੀ ਕਿ ਹੋ ਸਕਦਾ ਹੈ ਰਾਜਵੀਰ ਇਹਨਾਂ ਦਵਾਈਆਂ ਨਾਲ ਠੀਕ ਹੋ ਜਾਵੇ।
ਇਸ ਲਈ ਸਾਰੀਆਂ ਦਵਾਈਆਂ ਟਾਈਮ ਤੋਂ ਖਵਾ ਦਿੰਦੀ। ਬਿਲਕੁਲ ਵੀ ਲਾਪਰਵਾਹੀ ਨਹੀਂ ਸੀ ਕਰਦੀ। ਜਦੋਂ ਮੇਰੀ ਸੱਸ ਨੂੰ ਪਤਾ ਲੱਗਿਆ ਕਿ ਮੈਂ ਰਾਜਵੀਰ ਨੂੰ ਦਵਾਈ ਆਪਣੇ ਹੱਥਾਂ ਨਾਲ ਖਵਾਉਣ ਲੱਗੀ ਹਾਂ ਤਾਂ ਮੇਰੀ ਸੱਸ ਨੂੰ ਅੱਗ ਲੱਗ ਗਈ। ਉਸ ਨੇ ਚੀਕ ਕੇ ਪੂਰੀ ਹਵੇਲੀ ਸਿਰ 'ਤੇ ਉਠਾ ਲਈ ਤੇ ਕਹਿਣ ਲੱਗੀ ਕਿ ਤੂੰ ਮੇਰੇ ਬੇਟੇ ਤੋਂ ਦੂਰ ਰਹਿ। ਤੈਨੂੰ ਕੋਈ ਜ਼ਰੂਰਤ ਨਹੀਂ ਕਿ ਉਸ ਨੂੰ ਦਵਾਈ ਖਵਾਉਣ ਦੀ। ਮੈਂ ਤੇਰੇ ਇਰਾਦੇ ਚੰਗੀ ਤਰ੍ਹਾਂ ਜਾਣਦੀ ਹਾਂ। ਤੂੰ ਮੇਰੇ ਬੇਟੇ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਗਲਤ ਦਵਾਈਆਂ ਦੇ ਕੇ ਮਾਰਨਾ ਚਾਹੁੰਦੀ ਹਾਂ। ਮੇਰੀ ਸੱਸ ਦੀ ਗੱਲ ਸੁਣ ਰਾਜਵੀਰ ਆਪਣੀ ਮਾਂ 'ਤੇ ਗੁੱਸਾ ਹੋ ਗਿਆ। ਕਹਿਣ ਲੱਗਿਆ, ਤੁਸੀਂ ਅਰਚਨਾ 'ਤੇ ਇੰਨਾ ਗੰਦਾ ਇਲਜ਼ਾਮ ਨਹੀਂ ਲਗਾ ਸਕਦੇ। ਅਰਚਨਾ ਮੇਰੀ ਪਤਨੀ ਆ, ਇਸ ਘਰ ਦੀ ਬਹੂ ਹੈ। ਤੁਸੀਂ ਉਸ ਦਾ ਸਤਿਕਾਰ ਕਰੋ ਤਾਂ ਉਹ ਤੁਹਾਡਾ ਸਤਿਕਾਰ ਕਰੇਗੀ। ਸ਼ਾਮ ਨੂੰ ਰਾਜਵੀਰ ਨੇ ਖੁਦ ਆਪਣੇ ਮੂੰਹ ਨਾਲ ਦਵਾਈ ਮੰਗੀ ਤਾਂ ਮੈਂ ਮਨਾ ਕਰ ਦਿੱਤਾ। ਮੈਂ ਕਿਹਾ ਅੱਜ ਤੋਂ ਬਾਅਦ ਤੁਹਾਨੂੰ ਨੌਕਰ ਹੀ ਦਵਾਈ ਖਵਾਇਆ ਕਰੇਗਾ। ਪਰ ਰਾਜਵੀਰ ਸਖਤੀ ਨਾਲ ਬੋਲਿਆ ਕਿ ਅਰਚਨਾ, ਮੈਂ ਤਾਂ ਦਵਾਈ ਤੇਰੇ ਹੱਥਾਂ ਤੋਂ ਹੀ ਖਾਣੀ ਆ, ਨਹੀਂ ਤਾਂ ਮੈਂ ਦਵਾਈ ਨਹੀਂ ਖਾਵਾਂਗਾ। ਰਾਜਵੀਰ ਦੀ ਬੱਚਿਆਂ ਦੀ ਜਿੱਦ ਦੇਖ ਕੇ ਮੈਨੂੰ ਉਸ 'ਤੇ ਪਿਆਰ ਆਇਆ। ਫਿਰ ਮੈਂ ਰਾਜਵੀਰ ਨੂੰ ਆਪਣੇ ਹੱਥਾਂ ਨਾਲ ਦਵਾਈ ਖਵਾ ਦਿੱਤੀ। ਪਰ ਮੈਨੂੰ ਇੱਕ ਗੱਲ ਹੈਰਾਨੀ ਵਿੱਚ ਪਾ ਦਿੰਦੀ ਕਿ ਮੈਂ ਜਿਵੇਂ ਰਾਜਵੀਰ ਨੂੰ ਦਵਾਈ ਖਵਾਉਂਦੀ ਤਾਂ ਰਾਜਵੀਰ ਕੰਬਣ ਲੱਗ ਜਾਂਦਾ। ਅੱਜ ਜਦੋਂ ਮੈਂ ਰਾਜਵੀਰ ਤੋਂ ਉਸ ਦੇ ਕੰਬਣ ਦੀ ਵਜ੍ਹਾ ਪੁੱਛੀ ਤਾਂ ਰਾਜਵੀਰ ਨੇ ਦੱਸਿਆ, ਤੂੰ ਚਿੰਤਾ ਨਾ ਕਰ, ਦਵਾਈ ਖਾਣ ਤੋਂ ਬਾਅਦ ਮੇਰੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਆ। ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਪਰ ਕੁਝ ਸ਼ੱਕ ਵੀ ਹੋਇਆ। ਇਸ ਲਈ ਸਵੇਰ ਹੁੰਦੇ ਹੀ ਮੈਂ ਆਪਣੀ ਸੱਸ ਤੋਂ ਛੁਪਾ ਕੇ ਰਾਜਵੀਰ ਨੂੰ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਗਈ। ਰਾਜਵੀਰ ਦੀਆਂ ਸਾਰੀਆਂ ਦਵਾਈਆਂ ਮੈਂ ਡਾਕਟਰ ਨੂੰ ਦਿਖਾ ਦਿੱਤੀਆਂ ਤੇ ਪੁੱਛਿਆ, ਇਹ ਦਵਾਈਆਂ ਕਿਸ ਲਈ ਹਨ? ਤਾਂ ਡਾਕਟਰ ਨੇ ਜੋ ਗੱਲ ਮੈਨੂੰ ਦੱਸੀ ਇਹ ਸੁਣ ਕੇ ਮੇਰੇ ਸਿਰ 'ਤੇ ਅਸਮਾਨ ਗਿਰ ਗਿਆ। ਡਾਕਟਰ ਨੇ ਦੱਸਿਆ ਕਿ ਇਹ ਦਵਾਈ ਤਾਂ ਬਹੁਤ ਖਤਰਨਾਕ ਆ। ਇਸ ਨੂੰ ਖਾਣ ਨਾਲ ਤਾਂ ਇਨਸਾਨ ਦੇ ਪੈਰਾਂ ਦੀ ਜਾਨ ਹੌਲੀ ਨਿਕਲ ਲੱਗਦੀ ਆ। ਪੈਰ ਕਮਜ਼ੋਰ ਹੋ ਜਾਂਦੇ ਹਨ ਤੇ ਉਹ ਅਪਾਹਜ ਹੋ ਜਾਂਦਾ ਹੈ। ਇਹ ਦਵਾਈ ਤਾਂ ਆਪਣੇ ਦੇਸ਼ ਵਿੱਚ ਨਹੀਂ ਮਿਲਦੀ। ਇਹ ਦਵਾਈ ਤੁਹਾਨੂੰ ਕਿੱਥੋਂ ਮਿਲੀ? ਸੁਣ ਕੇ ਰਾਜਵੀਰ ਵੀ ਸਦਮੇ ਵਿੱਚ ਆ ਗਿਆ। ਵਾਪਸ ਆਉਂਦੇ ਸਮੇਂ ਅਸੀਂ ਦੋਨੋਂ ਖਾਮੋਸ਼ ਸੀ। ਸ਼ਾਮ ਬਹੁਤ ਗਹਿਰੀ ਹੋ ਰਹੀ ਸੀ। ਰਾਤ ਹੁੰਦੇ ਮੈਂ ਆਪਣੀ ਸੱਸ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ। ਜਿਵੇਂ ਮੇਰੀ ਸੱਸ ਕਮਰੇ ਵਿੱਚ ਆਈ, ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਉਸ ਦੇ ਉੱਪਰ ਪਾਣੀ ਦੀ ਬੋਤਲ ਨਾਲ ਪਾਣੀ ਛਿੜਕ ਦਿੱਤਾ। ਮੇਰੀ ਇਸ ਹਰਕਤ ਉੱਤੇ ਮੇਰੇ ਹੱਥ ਵਿੱਚ ਮਾਚਿਸ ਦੇਖ ਕੇ ਮੇਰੀ ਸੱਸ ਬਹੁਤ ਡਰ ਗਈ। ਉਸ ਨੂੰ ਲੱਗਿਆ ਸ਼ਾਇਦ ਮਿੱਟੀ ਦਾ ਤੇਲ ਆ। ਮੈਂ ਮਾਚਿਸ ਆਪਣੇ ਸੱਸ ਦੇ ਸਾਹਮਣੇ ਕਰਦੇ ਕਿਹਾ, ਸਾਰੀ ਸੱਚਾਈ ਮੈਨੂੰ ਦੱਸ ਦਿਓ, ਨਹੀਂ ਤਾਂ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਸਕਦੀ ਹਾਂ। ਦੱਸੋ ਤੁਸੀਂ ਰਾਜਵੀਰ ਨੂੰ ਅਪਾਹਜ ਕਿਉਂ ਕੀਤਾ? ਨਹੀਂ ਤਾਂ ਮੈਂ ਤੁਹਾਨੂੰ ਰਾਜਵੀਰ ਵੀ ਉਸ ਸਮੇਂ ਕਮਰੇ ਵਿੱਚ ਬਿਠਾ ਦਿੱਤਾ। ਖਾਮੋਸ਼ ਹੋ ਕੇ ਸਭ ਕੁਝ ਦੇਖ ਰਿਹਾ ਸੀ। ਮੇਰੀ ਸੱਸ ਬਹੁਤ ਜ਼ਿਆਦਾ ਡਰ ਗਈ। ਉਹ ਬੋਲੀ, ਰਾਜਵੀਰ ਤਾਂ ਜਾਣਦਾ ਹੀ ਹੈ ਕਿ ਉਹ ਮੇਰਾ ਸਕਾ ਬੇਟਾ ਨਹੀਂ। ਮੈਂ ਰਾਜਵੀਰ ਦੇ ਬੁੱਢੇ ਬਾਪ ਨਾਲ ਵਿਆਹ ਸਿਰਫ ਪੈਸਿਆਂ ਦੀ ਖਾਤਰ ਕੀਤਾ ਸੀ। ਪਰ ਉਸ ਬੁੱਢੇ ਦੇ ਮਰਨ ਤੋਂ ਪਹਿਲਾਂ ਸਾਰੀ ਜਾਇਦਾਦ ਰਾਜਵੀਰ ਦੇ ਨਾਮ ਕਰ ਦਿੱਤੀ। ਪਰ ਮੈਂ ਇੰਨੀ ਜਲਦੀ ਹਾਰ ਮੰਨਣ ਵਾਲੀ ਨਹੀਂ ਸੀ। ਰਾਜੇਸ਼ ਜੋ ਆਪਣਾ ਗੁਆਂਢੀ ਆ, ਮੈਂ ਉਸ ਦੇ ਪਿਆਰ ਦੇ ਚੱਕਰ ਵਿੱਚ ਪੈ ਗਈ। ਮੈਂ ਤੇ ਰਾਜੇਸ਼ ਨੇ ਮਿਲ ਕੇ ਯੋਜਨਾ ਬਣਾਈ ਕਿ ਰਾਜੇਸ਼ ਨੂੰ ਅਪਾਹਜ ਕਰਕੇ ਹੌਲੀ ਰਸਤੇ ਤੋਂ ਹਟਾ ਦੇਵਾਂਗੇ। ਪਰ ਪਤਾ ਨਹੀਂ ਕਿਉਂ ਰਾਜੇਸ਼ ਨੂੰ ਵਿਆਹ ਦਾ ਭੂਤ ਸਵਾਰ ਹੋ ਗਿਆ। ਕਹਿਣ ਲੱਗਿਆ ਕਿ ਮੈਨੂੰ ਇਕੱਲਾਪਨ ਅੰਦਰ ਹੀ ਅੰਦਰ ਖਾਂਦਾ ਰਹਿੰਦਾ ਹੈ। ਮੈਨੂੰ ਇੱਕ ਜੀਵਨ ਸਾਥੀ ਦੀ ਜ਼ਰੂਰਤ ਆ ਜੋ ਮੇਰਾ ਦੁੱਖ ਵੰਡਾ ਸਕੇ। ਤੁਸੀਂ ਮੇਰਾ ਅਜਿਹੀ ਕੁੜੀ ਨਾਲ ਵਿਆਹ ਕਰਵਾ ਦਿਓ ਜੋ ਮੇਰਾ ਖਿਆਲ ਰੱਖੇ, ਜੋ ਮੇਰਾ ਦੁੱਖ ਦਰਦ ਵੰਡਾ ਸਕੇ, ਚਾਹੇ ਉਹ ਕੁੜੀ ਗਰੀਬ ਹੋਵੇ। ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਫਿਰ ਰਾਜਵੀਰ ਦੀ ਜਿੱਦ ਤੇ ਅਸੀਂ ਤੁਹਾਡੇ ਘਰ ਰਿਸ਼ਤਾ ਲੈ ਕੇ ਗਏ ਸੀ। ਪਰ ਤੂੰ ਮੈਨੂੰ ਬਹੁਤ ਸਮਝਦਾਰ ਲੱਗੀ ਤੇ ਤੇਰੀ ਛੋਟੀ ਭੈਣ ਬਹੁਤ ਮਾਸੂਮ। ਇਸ ਲਈ ਤੇਰੀ ਜਗ੍ਹਾ ਤੇਰੀ ਛੋਟੀ ਭੈਣ ਦਾ ਰਿਸ਼ਤਾ ਮੰਗ ਲਿਆ। ਸੋਚਿਆ ਸੀ ਕਿ ਉਸ ਨੂੰ ਵੀ ਡਰਾ ਧਮਕਾ ਕੇ ਕਾਬੂ ਵਿੱਚ ਰੱਖਾਂਗੇ। ਜਦੋਂ ਰਾਜਵੀਰ ਨੂੰ ਅਸੀਂ ਆਪਣੇ ਰਸਤੇ ਤੋਂ ਹਟਾ ਦੇਵਾਂਗੇ ਤਾਂ ਸਾਰਾ ਇਲਜ਼ਾਮ ਅਸੀਂ ਤੇਰੀ ਭੈਣ ਪੂਨਮ 'ਤੇ ਲਗਾ ਦੇਵਾਂਗੇ। ਇਸ ਤਰ੍ਹਾਂ ਰਾਜਵੀਰ ਦੀ ਸਾਰੀ ਦੌਲਤ ਸਾਡੀ ਹੋ ਜਾਂਦੀ ਤੇ ਫਿਰ ਮੈਂ ਤੇ ਰਾਜੇਸ਼ ਵਿਆਹ ਕਰਵਾ ਲੈਂਦੇ। ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਨਾ ਟੁੱਟਦੀ। ਪਰ ਅਰਚਨਾ, ਤੂੰ ਤਾਂ ਬਹੁਤ ਹੀ ਹੁਸ਼ਿਆਰ ਨਿਕਲੀ ਤੇ ਤੇਰੀ ਜਗ੍ਹਾ ਇਸ ਘਰ ਵਿੱਚ ਪੂਨਮ ਬਹੂ ਬਣ ਕੇ ਆਉਂਦੀ ਤਾਂ ਕਦੇ ਵੀ ਉਹ ਇਸ ਰਾਜ ਤੱਕ ਨਾ ਪਹੁੰਚ ਪਾਉਂਦੀ। ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਰਾਜਵੀਰ ਨੇ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ। ਰਾਜਵੀਰ ਨੇ ਆਪਣੀ ਸੁਤੇਲੀ ਮਾਂ ਤੇ ਰਾਜੇਸ਼ ਨੂੰ ਪੁਲਿਸ ਦੇ ਹਵਾਲੇ ਕਰਵਾਇਆ। ਸਬੂਤ ਦੇ ਤੌਰ ਤੇ ਰਾਜਵੀਰ ਨੇ ਆਪਣੀ ਮਾਂ ਦੀ ਰਿਕਾਰਡਿੰਗ ਪੁਲਿਸ ਨੂੰ ਸੁਣਾ ਦਿੱਤੀ, ਜਿਸ ਵਿੱਚ ਰਾਜਵੀਰ ਦੀ ਮਾਂ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ ਸੀ। ਰਾਜਵੀਰ ਰੋਣ ਲੱਗ ਗਿਆ। ਉਹ ਬਹੁਤ ਹੈਰਾਨ ਸੀ ਕਿ ਕੋਈ ਇੰਨਾ ਕਿਵੇਂ ਗਿਰ ਸਕਦਾ ਹੈ। ਹੁਣ ਰਾਜਵੀਰ ਦੀ ਬਿਮਾਰੀ ਪਤਾ ਲੱਗ ਗਈ ਸੀ। ਮੈਂ ਤੇ ਰਾਜਵੀਰ ਅਮਰੀਕਾ ਗਏ।
ਉੱਥੇ ਜਾ ਕੇ ਰਾਜਵੀਰ ਦਾ ਇਲਾਜ ਕਰਵਾਉਣਾ ਸ਼ੁਰੂ ਕਰਵਾਇਆ। ਡਾਕਟਰਾਂ ਨੂੰ ਉਮੀਦ ਹੈ ਕਿ ਰਾਜਵੀਰ ਜਲਦੀ ਠੀਕ ਹੋ ਜਾਵੇਗਾ। ਮੈਂ ਰਾਜਵੀਰ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੈਂ ਦਿਨ ਰਾਤ ਇੱਕ ਕਰ ਦਿੱਤੀ ਰਾਜਵੀਰ ਦੀ ਸੇਵਾ ਕਰਨ ਵਿੱਚ। ਹੌਲੀ-ਹੌਲੀ ਹੁਣ ਰਾਜਵੀਰ ਚੱਲਣ ਵੀ ਲੱਗ ਗਿਆ। ਮੈਂ ਰੋਜ਼ ਰਾਤ ਨੂੰ ਰਾਜਵੀਰ ਦੇ ਪੈਰਾਂ ਦੀ ਮਾਲਿਸ਼ ਕਰਦੀ, ਉਸ ਦਾ ਹੱਥ ਫੜ ਕੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦੀ। ਮੈਂ ਪੂਨਮ ਨੂੰ ਵੀ ਮਾफ़ ਕਰ ਦਿੱਤਾ, ਉਸ ਦੀ ਤਰਫੋਂ ਦਿਲ ਸਾਫ਼ ਕਰ ਦਿੱਤਾ, ਕਿਉਂਕਿ ਜੋ ਕੁਝ ਵੀ ਹੁੰਦਾ ਸੀ ਉਸ ਵਿੱਚ ਪੂਨਮ ਦੀ ਕੋਈ ਗਲਤੀ ਨਹੀਂ ਸੀ ਹੁੰਦੀ। ਉਹ ਤਾਂ ਮਾਸੂਮ ਜਿਹੀ ਸੀ, ਉਸ ਦਾ ਕੋਈ ਕਸੂਰ ਵੀ ਨਹੀਂ ਸੀ ਹੁੰਦਾ। ਜਿਵੇਂ ਹੀ ਮੈਂ ਪੂਨਮ ਨੂੰ ਮਾफ़ ਕੀਤਾ, ਪੂਨਮ ਦੀ ਤਰਫ ਤੋਂ ਆਪਣਾ ਦਿਲ ਸਾਫ਼ ਕੀਤਾ, ਤਾਂ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ। ਰਾਜਵੀਰ ਵੀ ਹੁਣ ਮੈਨੂੰ ਬਹੁਤ ਪਿਆਰ ਕਰਦਾ ਸੀ। ਜਲਦੀ ਹੀ ਰਾਜਵੀਰ ਠੀਕ ਹੋ ਜਾਵੇਗਾ ਤੇ ਹੁਣ ਸਾਡੇ ਜੀਵਨ ਵਿੱਚ ਕੋਈ ਦੁੱਖ ਨਹੀਂ ਆ। ਰਾਜਵੀਰ ਨੇ ਤੇ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ। ਰੱਬ ਕਰੇ ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਦੋਸਤੋ, ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ।